जी मसीह यसू के अज़ीम जलाली और फ़तहमंद नाम में आप सबों की सलामती हो। अज़ीज़ो, आज हम एक नए मौजू एक नए टॉपिक के साथ आपके साथ हाज़िर हुए हैं कि हमें कुछ वीडियोस मिली और बहुत दिल दिला देने वाली वीडियो थी और बस वही आपके साथ शेयर करना चाहते हैं और आपको बताएंगे कि हमारे जो पास्टर साहिबान होते हैं हमारे दिलों में उनके लिए क्या मुकाम होता है। चलो सबसे पहले हम ये वीडियोस देख लेते हैं, उसके बाद हम ये जानेंगे कि जो हमारे रहनुमा होते हैं, हमारे पास्टर, हमारे रूहानी बाप जिसे हम कहते हैं, उनकी हमारे दिलों में कितनी इज़्ज़त होती है। और हमें ये चाहिए कि हम जहाँ भी जाएं बच्चों को तालीम दें। तो सबसे पहले हम ये वीडियो देखते हैं, ठीक है? ये पूरी वीडियो देख लें, उसके बाद हम फिर बाकी बात करते हैं। जी ਅੱਜ ਅਸੀਂ ਮੌਜੂਦ ਹਾਂ ਲਾਹੌਰ ਤੋਂ ਅੱਗੇ ਕੋਟ ਰਾਧਾ ਕਿਸ਼ਨ ਇੱਕ ਭੱਠੇ ਦੇ ਉੱਤੇ, ਜਿੱਥੇ ਕਿ ਕ੍ਰਿਸਚੀਅਨ ਲੋਕ ਤਕਰੀਬਨ 50 ਤੋਂ 60 ਘਰ ਨੇ ਇਹਨਾਂ ਦੇ, ਸਾਡੇ ਭਾਈਆਂ ਦੇ। ਤੇ ਇੱਥੇ ਪਾਸਟਰਾਂ ਦੀ ਆਂਦੇ ਨੇ ਕਿ ਬੇਸ਼ੁਮਾਰ ਪਾਸਟਰ ਆਉਂਦੇ ਨੇ। ਬਾਕੀ ਪੂਰੀ ਡਿਟੇਲ ਇਹਨਾਂ ਤੋਂ ਲੈਂਦੇ ਆ। ਸਰ ਤੁਹਾਡਾ ਨਾਂ ਕੀ ਹੈ? ਮਜੀਦ ਜੀ। ਆਂਟੀ ਜੀ ਤੁਹਾਡਾ ਨਾਮ? ਰਕਸਾਨਾ। ਤੁਹਾਡਾ ਕਰਜ਼ ਕਿੰਨਾ ਹੈ? ਤਕਰੀਬਨ 9 ਲੱਖ। ਹਾਂਜੀ 9 ਲੱਖ। ਤੇ ਇੱਥੇ ਪਾਸਟਰ ਕਿੰਨੇ ਕੁ ਆਉਂਦੇ ਨੇ? ਤਕਰੀਬਨ ਕਾਫੀ ਆਉਂਦੇ, 12-13 ਕਾਫੀ ਭਾਰੀ ਹੈਗੇ ਆ। ਬੜੇ ਜੀ। ਹਾਂਜੀ। ਤੇ ਕੁਝ ਦੱਸੋ ਕਿ ਤੁਹਾਨੂੰ ਕਿਸੇ ਲਾਰਾ ਲਾਇਆ ਹੈ ਕਰਜ਼ ਤੁਹਾਡਾ ਲਾਵਾਂ ਦੇ? ਨਹੀਂ ਜੀ, ਕਹਿ ਰਹੇ ਤਾਂ ਬਹੁਤ ਕਹਿੰਦੇ ਆ ਜੀ ਤੁਹਾਡਾ ਕਰਜ਼ ਉਤਾਰਾਂਗੇ। ਆਏ ਤਸਵੀਰਾਂ ਬਣਾਈਆਂ ਗਏ, ਤਸਵੀਰ ਬਣਾਈ ਗਏ, ਪਿੰਡਾਂ ਦੇ ਵਿੱਚ ਫਿਰਦੇ ਰਹਿੰਦੇ ਆ। ਕੋ ਰਾਸ਼ਨ ਦੇ ਦਿੰਦੇ, ਕੋ ਰੋਟੀ ਖਵਾ ਦਿੰਦੇ। ਕੀ ਕਰਦੇ ਨੇ? ਕੋ ਮਸਨ ਰਾਸ਼ਨ ਦੇ ਤੇ ਆਟਾ ਦੇ ਦਿੱਤਾ, ਰੋਟੀ ਖਵਾਤੀ, ਚਾਵਲ ਵਗੈਰਾ। ਰਾਸ਼ਨ ਕਿੰਨਾ ਕੁ ਦੇ ਕੇ ਜਾਂਦੇ? ਬਸ ਇਹੋ ਆਟਾ ਤੇ ਕੋਈ ਮਾੜੀ ਮੋਟੀ ਸ਼ੈ ਨਾਲ ਦੂਸਰੀ ਦੇ ਦਿੰਦੇ ਬਸ। ਰਾਸ਼ਨ ਕਿੰਨੀ ਦੇਰ ਬਾਅਦ? ਕਾਫੀ ਦੇਰ ਦਾ ਹੁਣ ਦਿੱਤਾ, ਹੁਣ ਤਾਂ ਕੋਈ ਇੱਥੇ ਸੌਂ ਹੀ ਗਏ ਹਲੇ, ਹੁਣ ਪਤਾ ਨਹੀਂ ਹੁਣ ਕਦੋਂ ਆਉਂਦੇ ਨੇ। ਅੱਛਾ। ਤੇ ਕਿਸੇ ਦੇ ਬਾਰੇ, ਬਿਸ਼ਪ ਦੇ ਬਾਰੇ, ਤੁਸੀਂ ਕੋਈ ਬਿਸ਼ਪ ਸਾਹਿਬ ਵੀ ਆ ਰਹੇ ਨੇ, ਉਹਨਾਂ ਦੇ ਬਾਰੇ ਕੀ ਦੱਸੋ? ਉਹਨਾਂ ਕਿਸੇ ਦਾ ਕਰਜ਼ ਇੱਥੇ ਲਾਇਆ? ਨਹੀਂ ਹਾਲੇ ਤੱਕ ਨਹੀਂ, ਬਸ ਉਹ ਵੀ ਅੱਜ ਲਾਉਨੇ ਕੱਲ ਲਾਉਨੇ, ਇਸ ਤਰ੍ਹਾਂ ਹੀ ਕਰੀ ਜਾਂਦੇ। ਤੇ ਤਸਵੀਰਾਂ ਵਗੈਰਾ ਖਿੱਚਦੇ ਨੇ ਜਾਂ ਨਹੀਂ? ਹਾਂਜੀ ਬਹੁਤ ਜ਼ਿਆਦਾ, ਤਸਵੀਰਾਂ ਬਹੁਤ ਜ਼ਿਆਦਾ ਖਿੱਚਦੇ। ਲੋ ਜੀ, ਇੱਕ ਬਿਸ਼ਪ ਸਾਹਿਬ ਵੀ ਆਉਂਦੇ ਨੇ ਇੱਥੇ ਨਾਲ। ਉਹ ਇਕੱਲੇ ਹੀ ਹੁੰਦੇ ਨੇ ਜਾਂ ਨਾਲ ਹੋਰ ਵੀ ਕੋਈ ਆਇਆ ਉਹਨਾਂ ਦੀ ਟੀਮ? ਨਹੀਂ, ਟੀਮ ਉਹਦੀ ਰਬੈਕਾ ਜਿਹਦੇ ਨਾਂ ਤੇ ਮਿਨਿਸਟਰੀ ਚੱਲਦੀ ਹੈ। ਬਿਸ਼ਪ ਸਾਹਿਬ ਨੇ ਖੁਦਾ ਦੇ ਖਾਦਮ ਨੇ ਤੇ ਕੰਮ ਉਹਨਾਂ ਵੀ ਉਹੀ ਸ਼ੁਰੂ ਕੀਤਾ। ਤਸਵੀਰਾਂ ਤਸਵੀਰਾਂ ਤਸਵੀਰਾਂ। ਕਰਜ਼ ਕਿਸੇ ਦਾ ਨਹੀਂ ਲਾਇਆ ਇਸ ਜਗ੍ਹਾ ਤੇ ਜਿੱਥੇ ਹੁਣ ਅਸੀਂ ਮੌਜੂਦ ਹਾਂ, ਕੋਟ ਰਾਧਾ ਕਿਸ਼ਨ। ਤੇ ਖੁਦਾਰਾ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਨਾ, ਜੇ ਕੁਝ ਇਹਨਾਂ ਦਾ ਕਰ ਨਹੀਂ ਸਕਦੇ, ਇਹਨਾਂ ਨੂੰ ਝੂਠੇ ਲਾਰੇ ਨਾ ਲਾਇਆ ਕਰੋ। ਇਹਨਾਂ ਨੂੰ ਇੱਕ ਉਮੀਦ ਨਾ ਜਗਾਇਆ ਕਰੋ ਇਹਨਾਂ ਦੇ ਅੰਦਰ, ਤਾਂ ਕਿ ਜਦੋਂ ਤੁਸੀਂ ਉਸ ਉਮੀਦ ਤੇ ਨਹੀਂ, ਵਾਅਦੇ ਤੇ ਪੂਰਾ ਨਹੀਂ ਉਤਰਦੇ, ਅੰਦਰੋਂ ਟੁੱਟ ਜਾਂਦੇ ਨੇ। ਇਹ ਗਰੀਬ ਨੇ, ਆਪਣੇ ਕਰਕੇ ਰੋਟੀ ਖਾਂਦੇ ਨੇ, ਚਾਹੇ ਕਰਜ਼ ਥੱਲੇ ਨੇ। ਜੇ ਤੁਸੀਂ ਇਹਨਾਂ ਦਾ ਕਰਜ਼ ਨਹੀਂ ਲਾ ਸਕਦੇ ਤੇ ਇਹਨਾਂ ਨੂੰ ਝੂਠੇ ਲਾਰੇ ਨਾ ਲਾਇਆ ਕਰੋ। ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ, ਬਿਸ਼ਪ ਸਾਹਿਬ ਨੂੰ ਤੇ ਦੂਜਿਆਂ ਸਾਰਿਆਂ ਨੂੰ ਕੀ ਪੈਗਾਮ? ਪੈਗਾਮ ਇਹ ਦੇਾਂਗੇ, ਅਸੀਂ ਇਹਨਾਂ ਨੂੰ ਬੜਾ, ਇੱਥੇ ਜਿਹੜੇ ਐਲਡਰ ਸੀ ਨਾ, ਉਹਨਾਂ ਨੂੰ ਕਹਿੰਦਾ ਮੈਨੂੰ ਇੱਕ ਮੋਹਤਬਰ ਕਰੋ, ਇੱਥੇ ਚੁਣੋ ਮੈਨੂੰ। ਅੱਛਾ। ਤੇ ਜਿੰਨੇ ਵੀ ਪਾਰੀ ਆਉਣਗੇ ਮੈਂ ਵੀਡੀਓ ਨਹੀਂ ਬਣਾਉਣ ਦਿਆਂਗਾ। ਉਹਨਾਂ ਨੂੰ ਕਹਾਂਗਾ ਪਹਿਲਾਂ ਸਾਡੀ ਵੀਡੀਓ ਬਾਅਦ ਚ ਬਣਾਇਓ, ਸਾਡਾ ਕਰਜ਼ ਕਿਹੜੇ ਘਰਾਂ ਦਾ ਤਾਰੋਗੇ, ਫਿਰ ਵੀਡੀਓ ਬਣਾਏਗੀ। ਇਹ ਲੋਕਾਂ ਨੇ ਮੇਰੀ ਮੰਨੀ ਨਹੀਂ, ਜਿਹੜੇ ਇੱਥੇ ਐਲਡਰ ਸਾਹਿਬ ਸੀ। ਅੱਛਾ। ਤੇ ਤੁਸੀਂ ਮੈਨੂੰ ਦੱਸੋ, ਤੁਸੀਂ ਹੁਣ ਉਹਨਾਂ ਪਾਦਰੀਆਂ ਨੂੰ, ਉਹਨਾਂ ਬਿਸ਼ਪਾਂ ਨੂੰ, ਜਿਹੜੇ ਬਿਸ਼ਪ ਸਾਹਿਬ ਨੇ ਤੇ ਜਿਹੜੇ ਹੋਰ ਜਿੰਨੇ ਵੀ ਆਉਂਦੇ ਨੇ, ਉਹਨਾਂ ਨੂੰ ਕੀ ਪੈਗਾਮ ਦਿਓ? ਉਹਦੇ ਪੈਗਾਮ ਇਹ ਜਾਂ ਤਾਂ ਫਿਰ ਆਉਂਦੇ ਆ ਤੇ ਸਾਡਾ ਕੋਈ ਕਰਜ਼ਾ ਤਾਰਨ, ਜਾਂ ਆਉਣ ਸਿੱਧਾ ਹੀ ਅਸਾਂ ਖੁਦਾ ਦਾ ਕਲਾਮ ਸੁਣਾਉਣ ਤੇ ਜਾਣ ਵਾਪਸ, ਵੀਡੀਓ ਤਸਵੀਰਾਂ ਨਾ ਬਣਾਉਣ। ਲੋ ਜੀ, ਵੱਡਿਆਂ ਦਾ ਮੈਸੇਜ ਇਹ ਵੇ ਉਹਨਾਂ ਸਾਰਿਆਂ ਲਈ ਕਿ ਅਗਰ ਤੁਸੀਂ ਵਾਕਈ ਸੱਚੇ ਖੁਦਾ ਦੇ ਖਾਦਮ ਹੋ, ਜਾਂ ਤੇ ਅਗਰ ਸਾਡਾ ਕਰਜ਼ਾ ਲਾਣਾ ਜੇ ਤੇ ਲਾ ਦਿਓ, ਨਹੀਂ ਲਾਣਾ ਤੇ ਫਿਰ ਸਾਨੂੰ ਲਾਰਾ ਲੱਪਾ ਨਾ ਲਾਇਆ ਕਰੋ। ਸਾਨੂੰ ਸਿਰਫ ਖੁਦਾ ਦੇ ਕਲਾਮ ਸਿਖਾ ਕੇ ਤੇ ਤੁਰ ਜਾਇਆ ਕਰੋ। ਇੰਨੀ ਕੁ ਮਿਹਰਬਾਨੀ ਕਰ ਦਿਓ। ਇੱਥੇ ਭੱਠੇ ਦੇ ਵਿਜ਼ਿਟ ਕੀਤਾ ਤੇ ਪਤਾ ਚੱਲਿਆ ਕਿਸੇ ਨੂੰ 10 ਹੁਕਮ ਵੀ ਨਹੀਂ ਆਉਂਦੇ। ਤੇ ਇਸ ਲਈ ਤੁਹਾਡੇ ਅੱਗੇ ਮਿੰਨਤ ਹੈ ਕਿ ਇਹਨਾਂ ਨੂੰ खुदा दे 10 हुक्म ही सिखा दो। बहुत शुक्रिया। सिस्टर, आपका नाम क्या है? मार्था। आप यहाँ कितने सालों से आ रही हैं? मैं 5-6 साल से। क्या वजह है कि आपने इनको आज तक 10 काम भी नहीं सिखा पाई? ये मेरा ही सिर्फ काम नहीं, पहले तो इनके माँ बाप का काम है, और फिर मेरे अलावा जो पास्टर्स आते, मैंने इनको जो बेसिक चीजें हैं वो सिखाई हैं।
बेसिक चीज़ें सबसे पहले आती हैं खुदावंद यीशु मसीह के हकाम, बुजुर्ग मूसा की शरीयत के 10 हकाम। तो आप मुझे सुना देना, आप ही मुझे सुना देना। मैं सुनाऊंगा, आपको सुनाऊंगा। आप मुझे सुनाए ना, मैं आपसे पहले सुनूंगा, मैं सुनाऊंगा। नहीं, आप सुनाए मुझे। पहले आप बड़ी हैं, आप एवेंजलिस्ट हैं, मैं तो एक सफाई वाला हूँ। आप बड़े हैं, मुझे नहीं पता आप सफाई वाले हैं। आप मुझे सुनाए ना। पहली तो बात है, मुझे बताए बगैर आपका बनता नहीं कि मुझसे इंटरव्यू। मैंने आपकी इजाजत ली है, ये सब लोग देख रहे हैं कि मैंने आपके सामने पूछे बगैर पूछे बगैर नहीं, कैमरा फिट नहीं। आप एवेंजलिस्ट हैं, आप एवेंजलिस्ट हैं, तो आपको 10 हुक्म आते होंगे, सुनाए। मुझे आते हैं, यानी मैं सुनाए ना। आपको नहीं सुनाऊंगी। क्यों नहीं सुनाए? बस वैसे ही जो मेरा काम है वो क्या काम किया है? आप सुनाए मुझे 10 हुक्म, आप सुनाए। इनसे क्या, इन्हें तो लबे नहीं आती, रोज मास्टर से पढ़ के आते हैं। अच्छा, आप सुनाए 10 हुक्म। नहीं सर, आप सुना दे। इनके माँ बाप का भी आप सुना दे, कोई तो सुना दो 10 हुक्म। इन्हें सारे 10 नहीं हुक्म होंगे। तो एवेंजलिस्ट साहबा कह रही ने कि मैं सुनाने नहीं है। क्यों नहीं सुनाने? क्योंकि खुद इन्हों नहीं आते है। उस तो इलावा क्या जिन्ने भी आंदे की कहते हैं कि माँ बाप की जिम्मेदारी, वो जे वो इन्ने को पढ़े लिखे होंगे तो जिउण जोगे इतने भट्ठियां दे धक्के खाते। मैं तो इन्हों भी कहना कि जिउण जोगे अपनी जिम्मेदारी सीखो, आप किसी तो सीख लो। तो ये साडे पास्टरां दा काम सिर्फ की है कि असी इन्हां नूं सिर्फ जाहल तो जाहल बनाते जाइए ताकि असी अमीर तो अमीर होंदे जाइए। ते कहंदे असी तो खुदावंद यीशु मसीह दीयां भेडां चरा रहे हैं, आ भेडां चरा रहे जी। तो मेरी आपसे गुजारिश है तमाम नौजवानों से, अगर कोई बाइबल को जानता है, बाइबल से मोहब्बत रखता है, तो आप अपने दोस्तों को, अपने रिश्तेदारों को 10 अक़वाम की तालीम जरूर दें। बहुत शुक्रिया। मैं आप सबकी सलामती हो। भैन तुहाडा की नाम है? रबीना। ਤੁਸੀਂ ਇੱਥੇ ਕਿੰਨੇ ਸਾਲ ਦੇ ਹੋ ਪੱਠੇ ਤੇ? ਕਿੰਨੇ ਸਾਲ ਤੋਂ ਰਹੇ? 10-12 ਸਾਲ ਹੋ ਗਏ। ਕਿੰਨਾ ਕਰਜ਼ੇ ਤੁਹਾਡੇ ਤੇ? 6.5-7 ਲੱਖ ਰੁਪਈਆ। ਇੱਥੇ ਕਿੰਨੇ ਪਾਦਰੀ ਆਉਂਦੇ ਨੇ? ਇੱਥੇ ਵਾਧੂ ਪਾਦਰੀਆਂ ਦੇ ਲੁੱਟ ਕੇ ਲੈ ਜਾਂਦੇ, ਸਾਨੂੰ ਕੁਛ ਨਹੀਂ ਦਿੰਦੇ। ਕੀ ਕਰਦੇ ਨੇ? ਲੁੱਟ ਕੇ ਲੈ ਜਾਂਦੇ, 2500 ਵੀ ਸਾਡੇ ਕੋਲ ਲੈ ਲੈ। ਭੈਣ ਮੇਰੀ ਕਿਉਂ ਝੂਠ ਮਾਰਨੀ? ਉਹ ਕਹਿੰਦੇ ਨੇ ਅਸੀਂ ਬੜਿਆਂ ਦੇ ਕਰਜ਼ ਲਾ ਦਿੱਤੇ ਨੇ। ਨਹੀਂ, ਕੋਈ ਨਹੀਂ, ਸਾਨੂੰ ਕਿਸੇ ਨੇ ਕੁਛ ਨਹੀਂ ਦਿੱਤਾ। ਬੜੇ ਪਾਦਰੀ ਇੱਥੇ ਗੋਰੇ ਵੀ ਆਏ, ਕੁਛ ਨਹੀਂ ਸਾਨੂੰ ਦਿੰਦੇ। ਤੁਹਾਨੂੰ ਪਤਾ ਹੈ ਗੋਰਾ ਜਿਹੜਾ ਆਉਂਦਾ ਹੈ, ਗੋਰਾ ਪੈਸੇ ਤੁਹਾਡੇ ਵਾਸਤੇ ਬੇਸ਼ੁਮਾਰ ਭੇਜਦਾ, ਤੇ ਤੁਸੀਂ ਕਹਿ ਰਹੇ ਹੋ ਕਿ ਕੁਝ ਨਹੀਂ ਮਿਲਦਾ। ਸਾਡੇ ਤਿੱਕਰ ਕੁਛ ਆਉਂਦਾ ਹੀ ਨਹੀਂ, ਤੇ ਅਸੀਂ ਕਿਵੇਂ ਕਹੀਏ ਵੀ ਆਉਂਦਾ। ਤੇ ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓ ਦੇ ਜਿਹੜੇ ਤੁਹਾਡੇ ਨਾਂ ਦਾ ਪੈਸਾ ਮੰਗਵਾ ਕੇ ਖਾ ਜਾਂਦੇ ਨੇ? ਅਸੀਂ ਤੇ ਇਹੀ ਕਹਿੰਦੇ ਸਾਡਾ ਕਰਜ਼ਾ ਅਦਾ ਕਰ ਦੇਣ। ਤੁਸੀਂ ਕਹਿ ਰਹੇ ਹੋ ਮੈਂ 10 ਸਾਲਾਂ ਤੋਂ ਅੱਜ ਤੱਕ ਨਹੀਂ ਉਹਨਾਂ ਲਾਇਆ, ਤੇ ਤੁਸੀਂ ਹੁਣ ਕਿਵੇਂ ਉਮੀਦ ਕਰਦੇ ਹੋ ਕਿ ਤੁਹਾਡਾ ਕਰਜ਼ ਲਾ ਦੇਣਗੇ? ਅਸੀਂ ਤਾਂ ਉਹਨਾਂ ਦੇ ਅੱਗੇ ਮਿਹਨਤੀ ਕਰਦੇ ਵੀ ਸਾਡਾ ਕਰਜ਼ਾ ਲਾ ਦਿਓ, ਤੇ ਪਾਦਰੀ ਖਾਣ ਵਾਲੇ ਤਸਵੀਰਾਂ ਬਣਾ ਕੇ ਲੈ ਜਾਂਦੇ, ਦਿੰਦੇ ਕੁਛ ਵੀ ਨਹੀਂ। जी नाजरीन, जैसा कि आपने इस सारी वीडियोस में देखा कि हमारे बच्चों को 10 हकाम आने चाहिए, हमारे बच्चों को रसूलों का अकीदा आना चाहिए, हमारी बुनियादी बातें हैं, हमारे कलाम के मतलब हमारी ज़िंदगियों के लिए बुनियादी बातें हैं, वो हमारे बच्चों को आनी चाहिए। अब जी खादमीन जो भट्ठों पे जाते हैं उनके मतलब आज बात करना चाहते हैं कि उनसे हम रिक्वेस्ट करना चाहते हैं कि आप लोग जाएं, तस्वीरें भी लें, देगे भी दें, चावल भी दें, राशन भी दें, जो मर्ज़ी करें, लेकिन हमारा जो बुनियादी हक है वो हमें दिया जाए। इसलिए कि जो बच्चे होते हैं उधर, उनको एक प्लेट चावलों की देने के बजाय एक लेक्चर ऐसा दे दो कि जो उनके दिलों की तख्तियों पे नक्श हो जाए और वो कलाम से मुनव्वर हो जाए। बात इस टॉपिक पे आज करना चाहते थे कि जो लोग पास्टर साहिबान से उम्मीदें लगाए बैठे होते हैं, अब 10 हकाम में से ये देखें, जब हम किसी को लालच दे देते हैं कि हम आपको इस भट्टे से आज़ाद करवा देंगे, तो हम भट्टे से आज़ाद नहीं करवा सकते, ठीक है। हम दुआ कर सकते हैं, ठीक है। हम आपको आपकी हिदायत और रहनुमाई के लिए दुआ कर सकते हैं कि खुदा आपको इस मुश्किल से निकाले। जो मेन वजह है वो खादमीन आपको बताते नहीं कि आपको 10 हकाम सिखा दें, ताकि 10 हकामों में से आपको आखिरी हकाम का पता तो चल जाए कि बगाने माल का लालच नहीं करना हमें, ठीक है। अपनी मेहनत पे, अपने बाजुओं पे, अपने खुदा पे भरोसा रख के
ہمیں ان مشکلوں سے نکلنا ہے۔ تو جو اس طرح کرتے ہیں، میں ان خادمین سے ریکویسٹ کرتا ہوں، گزارش کرتا ہوں کہ مہربانی کر کے آپ لوگ جائیں، جو مرضی کریں، ٹھیک ہے، ان سے پیٹرول کے پیسے لیں، ٹھیک ہے، ان سے آٹا راشن لانے کے پیسے لیں، یا جس طرح بھی آپ نے جو بھی کرنا ہے، لیکن جو آپ کا فرض ہے آپ وہ ادا کریں، نہ کہ خالی تصویریں لیں، نہ کہ خالی ان کو چندے ان سے مانگیں۔ ٹھیک ہے، وہ آپ کا حق ہے، وہ آپ کو دیں گے، لیکن آپ کا جو حق ہے آپ ان کو دیں۔ میں نے کافی دیکھا ہے کہ پاسٹر صاحبان جاتے بھی ہیں، دعائیں بھی کرتے ہیں، نہ کہ یہ 10-15 منٹ کا میسیج کیا، ٹھیک ہے، ایک چاولوں کی دیگ بانٹی اور بس آگے، یہ کام نہیں۔ آپ بچوں کو کوئی لیکچر دے کے آئیں ایسا کہ وہ ان کی دلوں کی تختیوں پہ نقش ہو جائے، اسے انہیں پتہ ہو کہ ہمارا جو زندگی کا مستقبل ہے، جو ہمارا بنیادی کام ہے، وہ ہم نے کرنا ہے، ہم نے یسوع مسیح کے ساتھ کیسے چلنا ہے، ہم نے خدا کے 10 حکموں پر کیسے عمل کرنا ہے، 10 حکم کیا ہیں، انجیل کیا ہے، انجیل کی منادی کیا ہے، یہ پاسٹر صاحبان کیوں آتے ہیں، یہ ہمارے پیچھے کیوں چلتے ہیں، ہمیں ان کے پیچھے چلنا چاہیے یا نہ چلنا چاہیے، ہمیں ان کی باتوں کو سننا چاہیے یا نہیں سننا چاہیے۔ آپ لوگوں کو دیکھیں، یہ ماں باپ کا بھی فرض ہے کہ اگر کوئی ماں باپ، سب سے پہلے یہ بھی ہے کہ سب سے پہلی جو استاد ہوتی ہے وہ ماں یا باپ ہوتا ہے، کہ آپ کو تربیت دیتا ہے کہ آپ یہ کریں بیٹا، آپ نے یہ نہیں کھانا، آپ نے وہ پینا ہے، آپ نے وہ نہیں پینا ہے، آپ نے کھانا پینے سے آپ کو ہر چیز سے روک ٹوک کرتی ہے، تاکہ آپ کو پتہ چل جائے کہ آپ نے زندگی کیسے گزارنی ہے۔ بات اسی موضوع پہ آتی ہے کہ آپ لوگ خود بھی اپنے آپ کو اس قابل کریں کہ آپ اپنے بچوں کو بتا سکیں، سکھا سکیں، سمجھا سکیں۔ جیسے کہ ہم جب بھی چرچ میں جائیں یا کہیں بھی جائیں، دعائے ربانی ہماری بنیادی دعائے، رسولوں کا عقیدہ ہماری بنیادی دعائے، تئی زبور ہم اکثر اوقات کہیں آتے جاتے یا سفر میں بھی یا کہیں بھی ہم اسے، جب ہمارا دل کرے ہم اسے یاد کرتے ہیں، ہم اسے پڑھتے بھی ہیں، کیونکہ یہ ہماری بنیادی چیزیں ہیں۔ ہمیں ہمارے آیت کریمہ ہمارے دلوں میں نقش ہو، تاکہ ہمارا جہاں ہمیں ضرورت پڑے جس آیت کی، ہم اسے فوری یاد کریں اور اسے پڑھیں، ٹھیک ہے۔ یہ ہماری زندگیوں کا بنیادی مقصد ہے۔ یہ آپ لوگوں کا کام یہ ہے کہ پاسٹر صاحبان جو جاتے ہیں بٹھوں پہ، وہ جائیں، جو مرضی کریں، دیگیں دیں، چاول دیں۔ اگر آپ ایک پلیٹ ان کو چاولوں کی دے رہے ہیں تو آپ ان کو ایک پیپر بھی دے دیں جس کے اوپر 10 احکام لکھے ہوں، جس کے اوپر رسولوں کا عقیدہ لکھا ہو، جس کے اوپر دعائے ربانی ہو، جس کے اوپر تمام وہ دعائیں لکھی ہوں جو وہ پڑھتے رہیں اور اس پہ عمل کرتے چلیں۔ اور 10 احکام ہماری زندگی کا بنیادی مسئلہ، یہ مقصد ہے، کیونکہ آپ دیکھ لیں کہ یسوع مسیح نے فرمایا کہ کون ہے جو میرے اندر گناہ ثابت کر سکتا ہے، کیونکہ ان کے اندر 10 احکام موجود تھے۔ نہ انہوں نے خون کیا، نہ چوری کی، نہ جھوٹ بولا، نہ جھوٹی گواہی دی، نہ کسی عورت کا لالچ کیا۔ یہ سارے حکم ان کے اندر موجود تھے۔ اسی طرح ہمیں بھی زندگی گزارنی ہے، جیسا کہ جب کہ یسوع کے شاگردوں میں سے شمعون نے پوچھا کہ آسمان کی بادشاہی کن کی ہے، تو یسوع مسیح نے ان کو کہا، ایک بچے کو میرے پاس بھیجو، آسمان کی بادشاہی ان کے جیسی ہے۔ جس نے اس بچے کو قبول کیا اس نے مجھے قبول کیا، اور جس نے مجھے قبول کیا اس نے میرے بھیجنے والے کو قبول کیا، میرے خدا کو قبول کیا، میرے باپ کو قبول کیا۔ یہ بات ہے کہ ہمیں یسوع مسیح کی بات کو ماننا ہے، انجیل کو پھیلانا ہے۔ ہم نے جو آنے والی جنریشن ہے، آنے والی جو نسل ہے، ان کے دلوں میں کلام ڈالنا ہے، نہ کہ اب دیکھیں، اب آگے جیسے کرسمس کا بھی ٹائم نزدیک ہے،
तो आगे भी ये चीज़ चलनी है कि प्रोग्राम वगैरह ये वो। आप सबको पता है कि जब ये ऐसे त्यौहार आते हैं तो इन त्यौहारों में हम जो भी प्रोग्राम्स करते हैं उनमें हम अपने बच्चों को ज़्यादा से ज़्यादा इस बात पे फोकस करें कि वो आयत करीमा की तिलावत करें, उन पे कोई लेक्चर दे, उन पे कोई स्टोरी शेयर करे, ठीक है, ताकि वो जो न्यू जनरेशन है उनके दिमाग में और उनके अंदर ये फीलिंग हो कि हमने हमारे जो बड़े बुज़ुर्ग हैं जिनका हम शजरा चल रहा है, हम उनके मुताबिक खुद भी चल रहे हैं कि नहीं। बस अपने आप को इस काबिल कर लें। ये माँ बाप का भी फ़र्ज़ है और औलाद का भी है, और खादमीन जो हमारे रहनुमा होते हैं, क्योंकि खादमीन जो पास्टर हैं हम उनकी दिल से और दिल की गहराइयों से रिस्पेक्ट करते हैं, क्योंकि वो हमारे रूहानी बाप होते हैं, वो हमारे अच्छे चरवाहे होते हैं, ठीक है। ये मैं आपको डेफिनेशन बता रहा हूँ कि जो हमारे पास्टर साहिबान की हमारे दिलों में है वो हमारे अच्छे रहनुमा हैं, हमारे अच्छे चरवाहे हैं, ठीक है। मैं सिर्फ ये कह रहा था, मेरे एक अर्ज़ करने का मतलब ये है कि आप अगर जाते हैं तो उनको ज़िंदगी बदलने का रास्ता बताएं, ना कि ये कहें कि हम छुड़ा देंगे। छुड़ाने वाले खुदा की ज़ात है। आप तो कोशिश करते हैं, हम भी कोशिश करते हैं, दुआओं में याद करते हैं, लेकिन बात यह है कि आप उनकी जो अंदर जो कमज़ोरी है कि उनके अंदर कलाम डालें, ताकि वो उन कलाम को सीखने की जुस्तजू पैदा करें, ताकि वो कलाम पे अमल करें। जो पढ़ेगा, जो सुनेगा, उनके अंदर जुस्तजू पैदा होएगी। खाली सुन के वो आपका कलाम जो आप 10-15 मिनट का लेक्चर दे के आ जाएंगे, तो वो तो फिर 5 मिनट बाद खेलने लग जाएंगे, कोई अपने काम पे, कोई अपने काम पे, वो उनके दिमाग में से निकल जाएगा। अगर आप उन्हें फोकस दें कि आपको ये मैसेज दे के जा रहा हूँ, नेक्स्ट वीक में आऊँगा, मैं आपसे ये सुनूँगा, आपने मुझे ये सुनाना है, ठीक है। आप जब वो एक तो आपकी प्रॉपर कलीसिया का हिस्सा बनेगा। अब देखें, जो अच्छे चरवाहे होते हैं, जो अच्छे निगहबान होते हैं, वो अपनी भेड़ों को भटकने नहीं देते। अगर आप उनके साथ इस तरह करेंगे कि आप उनसे हदिया चंदा लेके दोबारा उनको पूछेंगे नहीं या उनके बच्चों को कुछ सिखाएंगे नहीं, तो वो आपको इसी तरह कहेंगे जैसे इस वीडियो में आपने देखा कि वो बाद में यही कहते हैं कि वो हमें लूट गए, हमें ठग गए, गोरों से चंदे लेते हैं, गोरों से हदिये लेते हैं। नहीं, आप लें, आप जिससे मर्ज़ी जो मर्ज़ी लें, ये आपका भी हक़ है, या आप जो भी समझें, हमें इस बात से कोई गर्ज नहीं। हम ये चाहते हैं कि जब आप भट्ठों पे जाते हैं तो आप उन बच्चों को वो तालीम ज़रूर दें जो उनका बुनियादी हक़ है, उनके काम आए, उनके दिलों में लिखा जाए, ताकि वो उस कलाम के वसीला से बरकत पाएँ और एक अच्छा स्टेटस पाएँ। खुदावंद आपको बरकत दे। गॉड ब्लेस यू। हालेलुया। प्रेज़ द लॉर्ड।